ਹੈਲਥ ਪਲਸ ਪ੍ਰੋਗਰਾਮ 'ਚ ਅੱਜ ਅਸੀਂ ਤੁਹਾਨੂੰ ਲੈ ਕੇ ਚੱਲ ਰਹੇ ਹਾਂ ਸਿੱਧੂ ਡਾਇਬਟੀਜ਼ ਥਾਇਰਾਇਡ PCOD ਐਂਡ ਹਾਰਮੋਨ ਕਲੀਨਿਕ ਜੋ ਕਿ ਹਾਊਸ ਨੰਬਰ 1 ਨਿਊ ਮੋਤੀ ਬਾਗ ਕਲੋਨੀ ਪਟਿਆਲਾ ਵਿਖੇ ਸਥਿਤ। ਸਾਡੀ ਟੀਮ ਨੇ ਇੱਥੇ ਡਾਕਟਰ ਚਰਨਦੀਪ ਸਿੰਘ ਜੀ ਨਾਲ ਗੱਲਬਾਤ ਕੀਤੀ ਜੋ ਕਿ DM ਐਂਡੋਕ੍ਰਿਨੋਲੋਜੀ ਏਮਸ ਨਿਊ ਦਿੱਲੀ ਨੇ। ਇੱਥੇ ਸ਼ੂਗਰ, ਥਾਇਰਾਇਡ ਰੋਗ, ਮਰਦਾਨਾ ਕਮਜ਼ੋਰੀ, ਬਲੱਡ ਪ੍ਰੈਸ਼ਰ ਰੋਗ, ਕੱਦ ਦਾ ਨਾ ਵਧਣਾ, ਮੋਟਾਪਾ ਰੋਗ, ਬਾਂਝਪਨ ਅਤੇ ਜਨਕ ਰੋਗ, ਹਾਰਮੋਨਸ ਦੇ ਰੋਗ ਤੇ ਹੋਰ ਵੱਖ-ਵੱਖ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਹੈ। ਸਾਡੀ ਟੀਮ ਨਾਲ ਗੱਲਬਾਤ ਕਰਦੇ ਹਾਂ ਡਾਕਟਰ ਚਰਨਦੀਪ ਸਿੰਘ ਜੀ ਨੇ ਡਾਇਬਟੀਜ਼, ਥਾਇਰਾਇਡ, PCOD ਅਤੇ ਹਾਰਮੋਨ ਕਲੀਨਿਕ ਬਾਰੇ ਸਾਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ। ਆਓ ਕਰਦੇ ਹਾਂ ਗੱਲਬਾਤ ਡਾਕਟਰ ਚਰਨਦੀਪ ਸਿੰਘ ਸਿੱਧੂ ਜੀ ਦੇ ਨਾਲ। ਦਰਸ਼ਕੋ, ਪੰਜਾਬ ਪਲਸ ਚੈਨਲ ਤੇ ਹੈਲਥ ਪਲਸ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਡਾਕਟਰ ਚਰਨਦੀਪ ਸਿੰਘ, ਇੱਕ ਐਸਾ ਨਾਮ ਜਿਨ੍ਹਾਂ ਨੇ ਪਟਿਆਲੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਸੇਵਾਵਾਂ ਦਿੱਤੀਆਂ ਨੇ ਔਰ ਏਮਸ ਦਿੱਲੀ ਦੇ ਉੱਤੋਂ ਇਹ ਸੇਵਾ ਕਰਕੇ ਆਏ ਨੇ। ਡਾਕਟਰ ਸਵਾਗਤ ਹੈ ਤੁਹਾਡਾ ਸਾਡੇ ਸਪੈਸ਼ਲ ਸ਼ੋਅ 'ਚ। ਥੈਂਕ ਯੂ ਸਰ। ਤੁਹਾਡੇ ਸਾਰੇ ਸਰੋਤਿਆਂ ਨੂੰ ਮੇਰਾ ਪਿਆਰ ਭਰਾ ਸਤਿ ਸ੍ਰੀ ਅਕਾਲ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ ਕਿ ਜਿੱਦਾਂ ਕਹਿ ਰਹੇ ਨੇ ਕਿ ਇੰਡੀਆ ਜਿਹੜੀ ਹੈਗੀ ਆ ਸ਼ੂਗਰ ਦੀ ਕੈਪੀਟਲ ਬਣਨ ਜਾ ਰਿਹਾ ਹੈਗਾ ਔਰ ਉਹਦੇ ਵਿੱਚ ਅਗਰ ਆਪਾਂ ਗੱਲ ਕਰ ਲਈਏ ਤੁਸੀਂ ਬਹੁਤ ਸਾਰੇ ਪੇਸ਼ੈਂਟਸ ਨੂੰ ਜਿਹੜੇ ਪ੍ਰੀ ਡਾਇਬਟਿਕ ਸੀਗੇ ਉਹਨਾਂ ਨੂੰ ਮੈਡੀਸਨ ਤੋਂ ਬਚਾ ਕੇ ਇੱਕ ਨਵੀਂ ਜ਼ਿੰਦਗੀ ਦਿੱਤੀ ਆ। ਕੀ ਕਹਿਣਾ ਚਾਹੋਗੇ ਕਿ ਜਿਹੜੇ ਪ੍ਰੀ ਡਾਇਬਟਿਕ ਪੇਸ਼ੈਂਟ ਹੈਗੇ ਆ ਉਹਨਾਂ ਦੀ ਵੀ ਸੰਖਿਆ ਜਿਹੜੀ ਹੈਗੀ ਆ ਬਹੁਤ ਵੱਡੀ ਹੈ, ਸ਼ੂਗਰ ਵਾਲਿਆਂ ਨਾਲੋਂ ਜ਼ਿਆਦਾ ਹੀ ਉਹਨਾਂ ਦੀ ਸੰਖਿਆ, ਔਰ ਉਹਨਾਂ ਨੂੰ ਅਸੀਂ ਬਚਾ ਸਕਦੇ ਹੈਗੇ ਆ ਅਗਰ ਉਹ ਵਧੀਆ ਡਾਕਟਰ ਕੋਲ ਸਮੇਂ ਸਿਰ ਜਾ ਵੜਨ। ਬਿਲਕੁਲ ਸਰ, ਪ੍ਰੀ ਡਾਇਬਟੀਜ਼ ਇੱਕ ਸਟੇਜ ਹੈ। ਅਗਰ ਸਰੋਤਿਆਂ ਨੂੰ ਸਮਝਣਾ ਚਾਹਣ ਕਿ ਡਾਇਬਟੀਜ਼ ਤੋਂ ਪਹਿਲਾਂ ਕੁਝ ਸਾਲ ਪਹਿਲਾਂ ਤੋਂ ਡਾਇਬਟੀਜ਼ ਆਪਣੀਆਂ ਜੜ੍ਹਾਂ ਪਕੜਨ ਲੱਗ ਜਾਂਦੀ ਹੈ ਸਰੀਰ ਦੇ ਵਿੱਚ, ਜਦੋਂ ਸ਼ੂਗਰਸ ਵਿੱਚ ਥੋੜ੍ਹਾ ਹਾਈ ਰਹਿਣ ਲੱਗ ਜਾਂਦੀ ਹੈ ਕੰਪੇਅਰ ਟੂ ਅ ਨਾਰਮਲ ਪਰਸਨ। ਸੋ ਪ੍ਰੀ ਡਾਇਬਟੀਜ਼ ਦੀ ਸਟੇਜ 10 ਸਾਲਾਂ ਤੱਕ ਚੱਲ ਸਕਦੀ ਹੈ ਔਰ ਅਲਟੀਮੇਟਲੀ ਜਦੋਂ ਬਾਡੀ ਦੇ ਡਿਫੈਂਸ ਸਿਸਟਮ ਜਿਹੜੇ ਸ਼ੂਗਰ ਨੂੰ ਥੱਲੇ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ, ਜਦੋਂ ਉਹ ਸਿਸਟਮ ਫੇਲ ਹੋ ਜਾਂਦੇ ਅਲਟੀਮੇਟਲੀ ਬੰਦੇ ਨੂੰ ਪਰਮਾਨੈਂਟ ਡਾਇਬਟੀਜ਼ ਹੋ ਜਾਂਦੀ ਹੈ। ਪ੍ਰੀ ਡਾਇਬਟੀਜ਼ ਇੱਕ ਇਹੋ ਜਿਹੀ ਸਟੇਜ ਹੈ ਜਿਸ ਟਾਈਮ 'ਤੇ ਅਗਰ ਕੋਈ ਇਨਸਾਨ ਚਾਹੇ ਆਪਣਾ ਵੇਟ ਕੰਟਰੋਲ ਕਰਕੇ, ਡਾਈਟ ਕੰਟਰੋਲ ਕਰਕੇ ਔਰ ਆਪਣਾ ਲਾਈਫ ਸਟਾਈਲ ਦੇ ਵਿੱਚ ਐਕਸਰਸਾਈਜ਼ ਨੂੰ ਇੰਕਲੂਡ ਕਰਕੇ ਪਰਮਾਨੈਂਟ ਡਾਇਬਟੀਜ਼ ਹੋਣ ਤੋਂ ਬਚ ਸਕਦਾ ਹੈ। ਸੋ ਐਕਚੁਅਲ 'ਚ ਜੇ ਪ੍ਰੀਵੈਂਸ਼ਨ ਕਰਨੀ ਹੋਵੇ, ਪ੍ਰੀ ਡਾਇਬਟੀਜ਼ ਇੱਕ ਆਈਡੀਅਲ ਸਟੇਜ ਹੈ। ਉਸੇ ਟਾਈਮ ਦੇ ਉੱਤੇ ਸਾਨੂੰ ਸਟੈਪਸ ਲੈਣੇ ਚਾਹੀਦੇ ਨੇ ਔਰ ਜਦੋਂ ਡਾਇਬਟੀਜ਼ ਹੋ ਜਾਂਦੀ ਹੈ ਉਸ ਟਾਈਮ ਤੱਕ ਆਲਰੇਡੀ ਫਿਰ ਅੰਗਾਂ ਦੇ ਉੱਤੇ ਸ਼ੂਗਰ ਦਾ ਅਸਰ ਆਉਣਾ ਸਟਾਰਟ ਹੋ ਜਾਂਦਾ ਹੈ। ਤਾਂ ਉਸ ਤੋਂ ਬਾਅਦ ਤਾਂ ਮੈਡੀਸਿਨਸ ਦੀ ਰਿਕੁਆਇਰਮੈਂਟ ਪੈਂਦੀ ਹੈ। ਉਸ ਤੋਂ ਪਹਿਲਾਂ ਲਾਈਫ ਸਟਾਈਲ ਚੇਂਜਸ ਦੇ ਨਾਲ ਪ੍ਰੀ ਡਾਇਬਟੀਜ਼ ਨੂੰ ਅਸੀਂ ਟਰੀਟ ਕਰਕੇ ਡਾਇਬਟੀਜ਼ ਹੋਣ ਤੋਂ ਬਚਾ ਸਕਦੇ ਹਾਂ। ਸੋ ਲਗਭਗ 50% ਲੋਕ ਹਜੇ ਜੋ ਡਾਇਬਟੀਜ਼ ਦੇ ਮਰੀਜ਼ ਨੇ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਉਹ ਡਾਇਬਟੀਜ਼ ਦੇ ਆਲਰੇਡੀ ਮਰੀਜ਼ ਬਣ ਚੁੱਕੇ ਨੇ। ਪ੍ਰੀ ਡਾਇਬਟੀਜ਼ ਦੇ ਬਾਰੇ ਤਾਂ ਕਿਸੇ ਨੂੰ ਹਜੇ ਤੱਕ ਪਤਾ ਹੀ ਨਹੀਂ ਹੈ। ਸੋ ਲਗਭਗ 30 ਸਾਲ ਦੀ ਉਮਰ ਤੋਂ ਪਹਿਲਾਂ ਹੀ ਹਰ ਪੇਸ਼ੈਂਟ ਨੂੰ, ਹਰ ਬੰਦੇ ਨੂੰ ਆਪਣੀ ਖਾਲੀ ਪੇਟ ਸ਼ੂਗਰ ਜਾਂ HbA1c ਦੀ ਜਾਂਚ ਕਰਾਉਣਾ ਸ਼ੁਰੂ ਕਰ ਲੈਣਾ ਚਾਹੀਦਾ। ਸੋ ਡਾਇਬਟੀਜ਼ ਦੀ ਕੈਪੀਟਲ ਇੰਡੀਆ ਬਣਦੀ ਜਾ ਰਹੀ ਹੈ, ਇਸ ਲਈ ਜ਼ਿਆਦਾ ਤੋਂ ਜ਼ਿਆਦਾ ਸਕਰੀਨਿੰਗ ਕਰਕੇ ਹੀ ਅਸੀਂ ਉਹਨਾਂ ਪੇਸ਼ੈਂਟਸ ਨੂੰ ਅਤੇ ਉਹਨਾਂ ਲੋਕਾਂ ਨੂੰ ਜੋ ਪ੍ਰੀ ਡਾਇਬਟੀਜ਼ ਦੇ ਪੇਸ਼ੈਂਟ ਨੇ ਉਹਨਾਂ ਨੂੰ ਡਿਟੈਕਟ ਕਰ ਸਕਦੇ ਹਾਂ ਅਤੇ ਡਾਇਬਟੀਜ਼ ਨੂੰ ਤੋਂ ਬਚਾ ਕਰ ਸਕਦੇ ਹਾਂ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ ਕਿ ਪ੍ਰੀ ਡਾਇਬਟਿਕ ਅਗਰ ਆਪਾਂ HbA1c ਕਰੀਏ ਤਾਂ ਪ੍ਰੀ ਡਾਇਬਟਿਕ ਕਿਸ ਚੀਜ਼ ਨੂੰ ਆਪਾਂ ਮੰਨਦੇ ਹਾਂ? ਕਿੱਥੋਂ ਤੱਕ ਬੰਦਾ ਜਿਹੜਾ ਹੈਗਾ ਮੈਡੀਸਨ ਤੋਂ ਬਚੇ ਔਰ ਕਿੱਥੋਂ ਬਾਅਦ 'ਚ ਜਿਹੜਾ ਹੈਗਾ ਉਹਨੂੰ ਮੈਡੀਸਨ ਲੈਣੀ ਪਊਗੀ? ਸੋ ਬੇਸਿਕਲੀ ਇੱਕ ਡਾਇਬਟੀਜ਼ ਨੂੰ ਡਿਟੈਕਟ ਕਰਨ ਦੇ ਕਈ ਤਰ੍ਹਾਂ ਦੇ ਟੈਸਟ ਨੇ। ਇੱਕ ਟੈਸਟ ਹੈ ਕਿ ਖਾਲੀ ਪੇਟ ਸ਼ੂਗਰ, ਦੂਸਰਾ ਟੈਸਟ ਹੈ HbA1c ਜੋ 3 ਮਹੀਨੇ ਦੀ ਐਵਰੇਜ ਸ਼ੂਗਰ ਹੈ। ਉਸੇ ਤਰ੍ਹਾਂ ਇੱਕ ਹੋਰ ਟੈਸਟ ਹੈ ਜਿਹਦੇ ਵਿੱਚ ਅਸੀਂ 75 ਗ੍ਰਾਮ ਗਲੂਕੋਜ਼ ਪਿਲਾਉਂਦੇ ਹਾਂ ਖਾਲੀ ਪੇਟ ਅਤੇ ਉਸ ਤੋਂ ਬਾਅਦ ਦੇਖਦੇ ਹਾਂ ਕਿ ਸ਼ੂਗਰਸ ਨੇ ਕਿੰਨਾ ਜੰਪ ਕੀਤਾ, ਬਲੱਡ 'ਚ ਗਲੂਕੋਜ਼ ਕਿੰਨਾ ਹਾਈ ਗਈ ਹੈ। ਸੋ ਇਹ 3 ਅਲੱਗ-ਅਲੱਗ ਤਰ੍ਹਾਂ ਦੇ ਟੈਸਟ ਹੈ। ਅਗਰ ਤਿੰਨਾਂ 'ਚੋਂ ਕੋਈ ਇੱਕ ਟੈਸਟ ਵੀ ਪੋਜ਼ੀਟਿਵ ਹੁੰਦਾ ਤਾਂ ਉਹਨੂੰ ਅਸੀਂ ਪ੍ਰੀ ਡਾਇਬਟੀਜ਼ ਜਾਂ ਡਾਇਬਟੀਜ਼ ਡਿਟੈਕਟ ਕਰਨ ਲਈ ਯੂਜ਼ ਕਰ ਸਕਦੇ ਹਾਂ। ਸੋ ਹੁਣ HbA1c ਅਗਰ ਦੇਖਿਆ ਜਾਵੇ ਤਾਂ ਅਗਰ 5.6 ਤੋਂ ਲੈ ਕੇ 6.4 ਦੇ ਵਿੱਚ ਅਗਰ HbA1c ਹੈ ਤਾਂ ਇਹ ਪ੍ਰੀ ਡਾਇਬਟੀਜ਼ ਹੈ। 6.5 ਨੂੰ ਅਗਰ ਟੱਚ ਕਰਕੇ ਇਸ ਤੋਂ ਉੱਪਰ ਚਲਾ ਜਾਂਦਾ ਤਾਂ ਇਹ ਡਾਇਬਟੀਜ਼ ਹੋ ਜਾਂਦਾ। ਉਸੇ ਤਰ੍ਹਾਂ ਫਾਸਟਿੰਗ ਸ਼ੂਗਰ, ਅਗਰ ਖਾਲੀ ਪੇਟ ਦੀ ਸ਼ੂਗਰ 100 ਤੋਂ ਨੀਚੇ ਤਾਂ ਇਹ ਨਾਰਮਲ ਹੈ। 100 ਤੋਂ ਲੈ ਕੇ 125 ਦੇ ਵਿੱਚ ਇਹ ਪ੍ਰੀ ਡਾਇਬਟੀਜ਼ ਹੈ। 126 ਤੋਂ ਉੱਪਰ ਇਹ ਡਾਇਬਟੀਜ਼ ਹੋ ਜਾਂਦੀ ਹੈ। ਉਸੇ ਤਰੀਕੇ ਦੇ ਨਾਲ ਰੈਂਡਮ ਸ਼ੂਗਰ ਅਗਰ 200 ਤੋਂ ਉੱਪਰ ਚਲੀ ਜਾਂਦੀ ਹੈ ਤਾਂ ਇਹ ਡਾਇਬਟੀਜ਼ ਬਣ ਜਾਂਦੀ ਹੈ ਔਰ ਅਗਰ 140 ਤੋਂ ਲੈ ਕੇ 199 ਦੇ ਵਿੱਚ ਹੈ ਤਾਂ ਪ੍ਰੀ ਡਾਇਬਟੀਜ਼ ਹੈ ਔਰ 140 ਤੋਂ ਨੀਚੇ ਨਾਰਮਲ ਹੈ। ਸੋ ਇਹ ਪੂਰਾ ਇੱਕ ਕੰਟੀਨਿਊਮ ਹੈ ਤਾਂ ਅਲੱਗ-ਅਲੱਗ ਤਰ੍ਹਾਂ ਦੇ ਟੈਸਟ ਦੇ ਨਾਲ ਅਸੀਂ ਪ੍ਰੀ ਡਾਇਬਟੀਜ਼ ਤੇ ਡਾਇਬਟੀਜ਼ ਨੂੰ ਡਿਟੈਕਟ ਕਰ ਸਕਦੇ ਹਾਂ। ਤੁਸੀਂ ਕੀ ਕਹਿਣਾ ਚਾਹੋਗੇ ਕਿ ਸ਼ੂਗਰ ਦਾ ਔਰ ਹਾਰਟ ਦਾ ਘਿਓ ਖਿਚੜੀ ਵਾਲਾ ਰਿਸ਼ਤਾ ਹੈਗਾ? ਅਗਰ ਬੰਦੇ ਨੂੰ ਸ਼ੂਗਰ ਹੋ ਜਾਂਦੀ ਆ ਤਾਂ ਉਹਨੂੰ ਲੋਕ ਗੱਲ ਕਰਕੇ ਕਿ ਇਹਨੇ ਮਿੱਠਾ ਨਹੀਂ ਖਾਣਾ, ਚਲੋ ਵੀ ਨੂਨ ਦੀਆਂ ਪਕੌੜੀਆਂ ਦੇਤੀਆਂ। ਪਿੰਡਾਂ ਦੇ ਵਿੱਚ ਜੇ ਅਗਰ ਆਪਾਂ ਗੱਲ ਕਰ ਲਈਏ ਤਾਂ ਉਹਨੂੰ ਨਮਕੀਨ ਦੇ ਉੱਤੇ ਜ਼ਿਆਦਾ ਜਿਹੜਾ ਹੈਗਾ ਇਨਕਲਾਈਨ ਕੀਤਾ ਜਾਂਦਾ ਹੈਗਾ ਔਰ ਉਹ ਨਮਕੀਨ ਦੇ ਉੱਤੇ ਹੁੰਦੇ ਤੇਲ ਤੂਲ ਖਾ ਕੇ ਉਹ ਨਾਲ ਦੀ ਨਾਲ ਹੀ ਹਾਰਟ ਵਾਲਾ ਤਾਂ BP ਤੇ ਕੋਲੈਸਟਰੋਲ ਤਾਂ ਚਾਹੁੰਦੇ ਹੀ ਆ ਵੀ ਜਿਹੜਾ ਸ਼ੂਗਰ ਵਾਲਾ ਬੰਦਾ ਵੀਕ ਪਹਿਲਾਂ ਹੋਇਆ ਹੁੰਦਾ ਅੰਦਰੋਂ, ਤਾਂ ਉਹਨਾਂ ਨੂੰ ਤਾਂ ਉਹ ਤਾਂ ਕਹਿੰਦੇ ਆ ਵੀ ਆ ਜਾ ਵੀ ਭਾਈ ਅਸੀਂ ਸਾਰਿਆਂ ਨੇ ਇਕੱਠੇ ਤੁਹਾਡੇ ਨਾਲ ਲੜਾਂਗੇ। ਕੀ ਕਹਿਣਾ ਚਾਹੋਗੇ? ਸੋ ਬੇਸਿਕਲੀ ਇਹ ਬਹੁਤ ਵੱਡਾ ਇੱਕ ਤਰ੍ਹਾਂ ਦਾ ਮਿਥ ਹੈ।
ਲੋਕਾਂ ਨੂੰ ਲੱਗਦਾ ਹੈ ਕਿ ਮਿੱਠਾ ਖਾਣ ਦੇ ਨਾਲ ਹੀ ਸ਼ੂਗਰ ਉੱਪਰ ਜਾਂਦੀ ਹੈ, ਜਦਕਿ ਕੋਈ ਵੀ ਚੀਜ਼ ਕੈਲਰੀ ਦੇ ਤੌਰ ਤੇ ਦੇਖੀ ਜਾਣੀ ਚਾਹੀਦੀ ਹੈ। ਸੋ ਅਗਰ ਕੋਈ ਚੀਜ਼ ਨਮਕੀਨ ਵੀ ਹੈ ਪਰ ਉਹ ਤਲੀ ਗਈ ਹੈ ਤਾਂ ਉਹ ਆਪਣੇ ਆਪ ਹੀ ਕੈਲਰੀ ਹਾਈ ਹੁੰਦੀ ਹੈ, ਉਹਦੇ ਨਾਲ ਵੀ ਤੁਹਾਡੀ ਸ਼ੂਗਰ ਹਾਈ ਹੋ ਸਕਦੀ ਹੈ। ਸਿਮਿਲਰਲੀ ਜੇ ਕੋਈ ਚੀਜ਼ ਤਲੀ ਹੋਈ ਹੈ ਤਾਂ ਉਹਦੇ ਨਾਲ ਤੁਹਾਡੇ ਬਲੱਡ ਦੇ ਵਿੱਚ ਚਿਕਨਾਈ ਦੀ ਮਾਤਰਾ, ਜਿਹਨੂੰ ਕੋਲੇਸਟ੍ਰੋਲ ਕਹਿੰਦੇ, ਉਹ ਵੀ ਹਾਈ ਹੁੰਦਾ ਔਰ ਅਲਟੀਮੇਟਲੀ ਹੌਲੀ ਹੌਲੀ ਇਹ ਕੋਲੇਸਟ੍ਰੋਲ ਸ਼ੂਗਰ ਦੇ ਨਾਲ ਮਿਲ ਕੇ ਤੁਹਾਡੀ ਨਾੜੀਆਂ ਦੇ ਨਾਲ ਚਿਪਕਣ ਲੱਗ ਜਾਂਦਾ ਹੈ। ਔਰ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਡਾਇਬਟੀਜ਼ ਹੋਣ ਤੋਂ 10 ਸਾਲ ਪਹਿਲਾਂ ਹੀ ਘੱਟੋ ਘੱਟ ਤੁਹਾਡੇ ਡਾਇਬਟੀਜ਼ ਦੀਆਂ ਜੜ੍ਹਾਂ ਪਕੜਨ ਲੱਗ ਜਾਂਦੀ ਹੈ। ਉਸੇ ਤਰ੍ਹਾਂ ਹਾਰਟ ਦੀ ਨਾੜੀਆਂ ਬਲੌਕ ਹੋਣ ਤੋਂ ਘੱਟੋ ਘੱਟ 10 ਤੋਂ 20 ਸਾਲ ਪਹਿਲਾਂ ਤੋਂ ਹੀ ਹਲਕਾ ਹਲਕਾ ਕੋਲੇਸਟ੍ਰੋਲ ਨਾੜੀਆਂ ਦੇ ਵਿੱਚ ਜਮ੍ਹਾਂ ਹੋਣਾ ਸਟਾਰਟ ਹੋ ਜਾਂਦਾ ਹੈ। ਅਲਟੀਮੇਟਲੀ ਜਦੋਂ ਹਾਰਟ ਅਟੈਕ ਆਉਂਦਾ ਉਸ ਤੋਂ ਘੱਟੋ ਘੱਟ 10 ਤੋਂ 20 ਸਾਲ ਪਹਿਲਾਂ ਤੋਂ ਉੱਥੇ ਇੱਕ ਪਲਾਕ, ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਬਣ ਰਿਹਾ ਹੁੰਦਾ ਹੈ ਕੋਲੇਸਟ੍ਰੋਲ ਜਮ੍ਹਾਂ ਹੋ ਕੇ। ਸੋ ਐਕਚੁਅਲੀ ਬਿਮਾਰੀ ਦੀ ਸ਼ੁਰੂਆਤ 10 ਸਾਲਾਂ ਪਹਿਲਾਂ ਹੋ ਜਾਂਦੀ ਹੈ। ਜਦੋਂ ਇੱਕ ਐਕਚੁਅਲ 'ਚ ਰਿਪੋਰਟਾਂ 'ਚ ਦਿਖਣਾ ਸਟਾਰਟ ਕਰਦੀ ਹੈ ਉਸ ਟਾਈਮ ਤਾਂ ਉਹ ਇੱਕ ਤਰ੍ਹਾਂ ਉਹ ਜੜ ਤੋਂ ਉੱਪਰ ਇੱਕ ਤਰ੍ਹਾਂ ਜਿਹੜਾ ਆਪਾਂ ਕਹੀਏ ਪੋਇਜ਼ਨਸ ਪਲਾਂਟ ਦਾ ਬੂਟਾ ਖੜਾ ਹੋ ਜਾਂਦਾ, ਪਰ ਜੜ ਜਿਹੜੀ ਹੈਗੀ ਹੈ ਉਹ 10 ਤੋਂ 20 ਸਾਲ ਪਹਿਲੇ ਹੀ ਸਟਾਰਟ ਹੋ ਜਾਂਦੀ ਹੈ। ਇਸ ਲਈ ਜਿਹੜੀ ਚਿਕਨਾਈ ਔਰ ਨਮਕੀਨ ਵਾਲੀਆਂ ਚੀਜ਼ਾਂ ਨੇ ਇਹ BP ਅਤੇ ਤੁਹਾਡਾ ਕੋਲੇਸਟ੍ਰੋਲ ਵਧਾਉਂਦੀਆਂ ਨੇ, ਇਹਨਾਂ ਨੂੰ ਵੀ ਅਵੋਇਡ ਕਰਨਾ ਚਾਹੀਦਾ ਹੈ। ਜਿੰਨੀ ਤੁਸੀਂ ਕੈਲਰੀ ਕੰਜ਼ਿਊਮ ਕਰਦੇ ਹੋ ਉਹ ਬਾਏ ਦਾ ਐਂਡ ਆਫ ਦਾ ਡੇ ਉਹ ਕੈਲਰੀ ਨੂੰ ਬਰਨ ਕਰਨ ਲਈ ਤੁਹਾਨੂੰ ਐਕਸਰਸਾਈਜ਼ ਐਟਲੀਸਟ 45 ਤੋਂ 50 ਮਿੰਟ ਡੇਲੀ ਕਰਨੀ ਚਾਹੀਦੀ ਹੈ। ਹਫਤੇ ਦੇ ਵਿੱਚ 7 ਦੇ ਵਿੱਚੋਂ 6 ਦਿਨ ਕਰਨੀ ਜ਼ਰੂਰੀ ਹੁੰਦੀ ਹੈ। ਔਰ ਅਗਰ ਤੁਸੀਂ ਇਹ ਕਰਦੇ ਹੋ ਤਾਂ ਲੌਂਗ ਟਰਮ ਦੇ ਵਿੱਚ ਤੁਸੀਂ ਡਾਇਬਟੀਜ਼ ਅਤੇ ਹਾਰਟ ਦੀ ਡਿਜ਼ੀਜ਼ ਤੋਂ ਬਚ ਸਕਦੇ ਹੋ। ਪਰ ਅਗਰ ਡਾਇਬਟੀਜ਼ ਹੋ ਗਈ ਹੈ ਤਾਂ ਉਹਦੇ ਨਾਲ ਵੀ ਤੁਹਾਡੇ ਹਾਰਟ ਦੀ ਕੰਡੀਸ਼ਨ ਜਾਂ ਹਾਰਟ ਅਟੈਕ ਹੋਣ ਦਾ ਰਿਸਕ 3 ਗੁਣਾ ਆਮ ਬੰਦੇ ਨਾਲੋਂ ਜ਼ਿਆਦਾ ਹੋ ਜਾਂਦਾ ਹੈ। ਡੈਫੀਨੇਟਲੀ ਦੋਵਾਂ ਚੀਜ਼ਾਂ ਦਾ ਘਿਓ ਖਿਚੜੀ ਦਾ ਰਿਸ਼ਤਾ ਹੈ, ਤੁਸੀਂ ਠੀਕ ਕਿਹਾ। ਅੰਡਰ ਸਰ ਕੀ ਕਹਿਣਾ ਚਾਹੋਗੇ ਕਿ ਸ਼ੂਗਰ ਆ ਜਿਹੜੀ ਉਹ ਆਈਜ਼ ਨੂੰ, ਸ਼ੂਗਰ ਕਿਡਨੀ ਨੂੰ ਕਾਫੀ ਜ਼ਿਆਦਾ ਇਫੈਕਟ ਜਿਹੜਾ ਕਰਨਾ ਸ਼ੁਰੂ ਕਰ ਦਿੰਦੀ ਆ, ਔਰ ਅੱਜ ਕੱਲ੍ਹ ਪੈਰ ਜਿਹੜੇ ਹੈਗੇ ਆ, ਅਗਰ ਆਪਾਂ ਗੱਲ ਕਰ ਲਈਏ ਲੋਕਾਂ ਦੇ ਪੈਰਾਂ ਦੇ ਉੱਪਰ ਦੀ ਗੱਲ ਕਰ ਲਈਏ ਤਾਂ ਸ਼ੂਗਰ ਦਾ ਇਫੈਕਟ ਜਿਹੜਾ ਫੁੱਟਸ ਦੇ ਉੱਪਰ, ਡਾਇਬਟਿਕ ਫੁੱਟ ਦਾ ਜਿਹੜਾ ਬੜਾ ਐਪੀਡੈਮਿਕ ਜਿਹੜਾ ਹੈਗਾ ਵੱਧਦਾ ਜਾ ਰਿਹਾ ਹੈਗਾ ਦਿਨੋਂ ਦਿਨ। ਆਈਜ਼ ਦੇ ਉੱਪਰ ਲੋਕਾਂ ਦੇ ਬੜਾ ਇਫੈਕਟ ਪੈ ਰਿਹਾ ਹੈਗਾ। ਕੀ ਕਹਿਣਾ ਚਾਹੋਗੇ ਕਿ ਇਹ ਜਿਹੜੀਆਂ ਚੀਜ਼ਾਂ ਨੇ, ਅਗਰ ਡਾਇਬਟੀਜ਼ ਹੀ ਹੋ ਗਈ, ਤੁਸੀਂ ਡਾਇਬਟਿਕ ਨੂੰ ਵੀ ਤੁਸੀਂ ਕਹਿੰਦੇ ਹੋ ਮੈਂ ਗੋਲੀ ਲਈ ਜਾਂਦਾ, ਮੇਰਾ ਕੰਟਰੋਲ ਹੈ, ਲੇਕਿਨ ਵਿੱਚ ਦੀ ਉਹਨਾਂ ਨੂੰ ਹਰੇਕ ਪੈਰਾਮੀਟਰ ਦੇ ਉੱਪਰ ਧਿਆਨ ਦੇਣਾ ਪਊਗਾ। ਚਾਹੇ ਉਹ ਆਈਜ਼ ਦੀ ਗੱਲ ਹੈਗੀ ਆ, ਤੁਹਾਨੂੰ ਵਿੱਚ ਆਪਣਾ ਆਈਜ਼ ਦਾ ਵੀ ਚੈੱਕਅਪ, ਵਿੱਚ ਦੀ ਤੁਹਾਨੂੰ ਆਪਣੇ ਫੁੱਟਸ ਦਾ ਵੀ, ਕਿ ਇਹ ਨਾ ਹੋਵੇ ਕਿਤੇ ਤੁਸੀਂ ਨੰਗੇ ਪੈਰੀ ਤੁਰੇ ਜਾਂਦੇ ਆ ਅਤੇ ਤੁਹਾਨੂੰ ਪਤਾ ਹੀ ਨਾ ਲੱਗੇ, ਕਿਉਂਕਿ ਇਹ ਤਾਂ ਸਾਇਲੈਂਟ ਦੀ ਤਰ੍ਹਾਂ ਹੀ ਕਿਲ ਕਰਦੀ। ਦੇਖੋ ਇਹ ਸਾਰੀਆਂ ਜਿੰਨੇ ਵੀ ਡਿਸਆਰਡਰਸ ਨੇ, ਡਾਇਬਟੀਜ਼ ਹੈ, ਥਾਇਰਾਇਡ ਹੈ, BP ਹੈ, ਆਮ ਤੌਰ 'ਤੇ ਇਹ ਬਿਮਾਰੀਆਂ ਇਸ ਟਾਈਮ ਇੰਨਾ ਜਾਨਲੇਵਾ ਇਸ ਲਈ ਬਣੀਆਂ ਹੋਈਆਂ ਕਿ ਸ਼ੁਰੂਆਤੀ ਸਟੇਜਾਂ 'ਤੇ ਇਹਨਾਂ ਦੇ ਕੋਈ ਲੱਛਣ ਨਹੀਂ ਹੁੰਦੇ। ਔਰ ਸ਼ੁਰੂਆਤੀ ਸਟੇਜਾਂ ਦੇ ਉੱਤੇ ਆਮ ਤੌਰ 'ਤੇ ਪੇਸ਼ੈਂਟ ਕਿਉਂਕਿ ਲੱਛਣ ਨਹੀਂ ਹੁੰਦੇ ਤਾਂ ਦਵਾਈ ਔਰ ਖਾਣੇ ਦਾ ਪਰਹੇਜ਼ ਵੀ ਪ੍ਰੋਪਰਲੀ ਨਹੀਂ ਕਰਦੇ, ਦਵਾਈ ਵੀ ਨਹੀਂ ਖਾਂਦੇ। ਇਸੇ ਕਰਕੇ ਲੌਂਗ ਟਰਮ ਕੰਪਲੀਕੇਸ਼ਨਸ ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਹੋ ਹੁੰਦੀਆਂ ਨੇ। ਸੋ ਤੁਸੀਂ ਇਮੈਜਿਨ ਕਰੋ ਕਿ ਬਲੱਡ ਦੇ ਵਿੱਚ ਗਲੂਕੋਜ਼ ਹਾਈ ਹੈ ਔਰ ਸਰੀਰ ਦੇ ਹਰ ਅੰਗ ਦੇ ਵਿੱਚ ਉਹ ਬਲੱਡ ਪਹੁੰਚ ਰਿਹਾ ਅਤੇ ਉਹ ਗਲੂਕੋਜ਼ ਲਿਜਾ ਕੇ ਉੱਥੇ ਜਮ੍ਹਾਂ ਹੋ ਰਹੀ ਹੈ। ਤਾਂ ਅਲਟੀਮੇਟਲੀ ਜਿਵੇਂ ਤੁਸੀਂ ਆਈਜ਼ ਦੇ ਪਰਦਿਆਂ ਦੀ ਗੱਲ ਕੀਤੀ ਹੈ, ਉੱਥੇ ਉਹ ਪਰਦਿਆਂ ਦਾ ਫਟਣਾ, ਪਰਦਿਆਂ ਵਿੱਚੋਂ ਬਲੀਡਿੰਗ ਹੋਣਾ, ਇਹ ਲਗਭਗ 10 ਸਾਲ ਦੀ ਸ਼ੂਗਰ ਅਗਰ ਅਨਕੰਟਰੋਲ ਰਹੀ ਹੈ ਉਸ ਤੋਂ ਬਾਅਦ ਸਟਾਰਟ ਹੋ ਜਾਂਦਾ। ਉਸੀ ਤਰ੍ਹਾਂ ਤੁਹਾਡੇ ਜਿਹੜੇ ਪੈਰਾਂ ਦੀਆਂ ਨਸਾਂ ਨੇ ਇਹ ਡੈੱਡ ਹੋਣ ਲੱਗ ਜਾਂਦੀਆਂ ਨੇ ਔਰ ਪੈਰ ਮੱਚਣ ਲੱਗ ਜਾਂਦੇ ਪਹਿਲਾਂ, ਫਿਰ ਉਸ ਤੋਂ ਬਾਅਦ ਸੁੰਨ ਰਹਿਣ ਲੱਗ ਜਾਂਦੇ। ਇਸ ਕਰਕੇ ਤੁਸੀਂ ਚਲਦੇ ਫਿਰਦੇ ਅਗਰ ਧਿਆਨ ਨਹੀਂ ਦਿੰਦੇ, ਤੁਹਾਡੇ ਪੈਰਾਂ ਨੂੰ ਪ੍ਰੋਪਰਲੀ ਪ੍ਰੋਟੈਕਟ ਨਹੀਂ ਕਰਦੇ ਤੁਸੀਂ, ਤਾਂ ਤੁਹਾਨੂੰ ਈਵਨ ਅਗਰ ਕੋਈ ਚੀਜ਼ ਚੁੱਭ ਵੀ ਜਾਂਦੀ ਹੈ ਤਾਂ ਫੀਲ ਨਹੀਂ ਹੁੰਦੀ, ਕਿਉਂਕਿ ਨਸਾਂ ਹੀ ਡੈਡ ਹੋ ਚੁੱਕੀਆਂ ਨੇ ਡਾਇਬਟੀਜ਼ ਦੇ ਕਰਕੇ। ਤਾਂ ਇਸ ਤਰੀਕੇ ਨਾਲ ਜੇ ਅਗਰ ਕੋਈ ਜ਼ਖਮ ਬਣ ਜਾਂਦਾ, ਉੱਤੋਂ ਦੀ ਸ਼ੂਗਰ ਹਾਈ ਹੈ, ਇਨਫੈਕਸ਼ਨ ਪੂਰੀ ਲੱਤ 'ਚ ਫੈਲ ਸਕਦਾ। ਔਰ ਕਈ ਪੇਸ਼ੈਂਟਸ ਹੁੰਦੇ ਆ ਜਿਨ੍ਹਾਂ ਦੀ ਪੈਰਾਂ ਨੂੰ ਜਾਂ ਫਿਰ ਲੱਤਾਂ ਨੂੰ ਕੱਟਣਾ ਵੀ ਪੈਂਦਾ ਉਹਨਾਂ ਦੀ ਜਾਨ ਬਚਾਉਣ ਦੇ ਲਈ। ਸੋ ਡਾਇਬਟੀਜ਼ ਦੀਆਂ ਕੰਪਲੀਕੇਸ਼ਨਸ ਦੇਖਿਆ ਜਾਵੇ ਤਾਂ ਆਲਮੋਸਟ ਸਰੀਰ ਦਾ ਕੋਈ ਐਸਾ ਅੰਗ ਨਹੀਂ ਜਿੱਥੇ ਨਹੀਂ ਹੁੰਦੀ ਹੈ। ਇਹਦੇ ਕਰਕੇ ਕਿਡਨੀ ਫੇਲ ਹੋ ਸਕਦੀ ਹੈ, ਇਹਦੇ ਕਰਕੇ ਪੈਰ ਗਲ ਸਕਦੇ ਨੇ, ਇਹਦੇ ਕਰਕੇ ਨਸਾਂ ਖਰਾਬ ਹੋ ਸਕਦੀਆਂ ਨੇ, ਅੱਖਾਂ ਦੀ ਰੋਸ਼ਨੀ ਜਾ ਸਕਦੀ ਹੈ, ਇਹਦੇ ਨਾਲ ਹਾਰਟ ਅਟੈਕ ਹੁੰਦੇ ਆ, ਇਹਦੇ ਨਾਲ ਤੁਹਾਡਾ ਅਧਰੰਗ ਦੀ ਬਿਮਾਰੀ ਹੈਗੀ ਜਾਂ ਬ੍ਰੇਨ ਦੇ ਜਿਹਨੂੰ ਸਟ੍ਰੋਕ ਕਹਿੰਦੇ ਆ। ਤਾਂ ਆਲਮੋਸਟ ਸਾਰੇ ਅੰਗਾਂ ਦੇ ਉੱਤੇ ਹਾਈ ਸ਼ੂਗਰ ਦਾ ਇੰਪੈਕਟ ਆਉਂਦਾ। ਬਸ ਸ਼ੁਰੂਆਤੀ 5-7 ਸਾਲ ਤੱਕ ਤੁਹਾਨੂੰ ਫੀਲ ਨਹੀਂ ਹੁੰਦੇ ਇਹਦੇ ਕੋਈ ਸਿੰਪਟਮਸ, ਇਸ ਕਰਕੇ ਤੁਸੀਂ ਇਲਾਜ ਨਹੀਂ ਕਰਦੇ ਅਤੇ ਲਗਭਗ ਜਦੋਂ 8 ਤੋਂ 10 ਸਾਲ ਦੀ ਹਾਈ ਸ਼ੂਗਰ ਹੋ ਜਾਂਦੀ ਹੈ ਤਾਂ ਕਿਸੇ ਨਾ ਕਿਸੇ ਇੱਕ ਅੰਗ ਦੇ ਉੱਤੇ ਅਟੈਕ ਆ ਜਾਂਦਾ। ਤਾਂ ਪੇਸ਼ੈਂਟ ਐਕਚੁਅਲੀ ਬਹੁਤ ਲੇਟ ਜਾ ਕੇ ਫਿਰ ਡਾਕਟਰਸ ਨੂੰ ਮਿਲਣਾ ਸਟਾਰਟ ਕਰਦੇ ਨੇ ਔਰ ਦਵਾਈਆਂ ਸਟਾਰਟ ਕਰਦੇ ਨੇ, ਪਰ ਜਿਹੜਾ ਡੈਮੇਜ ਆ ਉਹ ਆਲਰੇਡੀ ਹੋ ਚੁੱਕਿਆ ਹੁੰਦਾ। ਤਾਂ ਮੇਰਾ ਇਹੀ ਸਾਰਿਆਂ ਨੂੰ ਰਿਕੁਐਸਟ ਰਹੂਗੀ ਕਿ ਅਰਲੀ ਸਟੇਜਸ ਦੇ ਵਿੱਚ ਆਪਣੇ ਡਾਕਟਰ ਕੋਲ ਜਾਓ। ਜਿਵੇਂ ਤੁਹਾਨੂੰ ਦਵਾਈ ਦਿੱਤੀ ਜਾਂਦੀ ਹੈ ਉਹਨੂੰ ਛੱਡੋ ਨਾ। ਤੁਸੀਂ ਦੇਖਦੇ ਹੋ ਕਿ ਫਾਸਟਿੰਗ ਸ਼ੂਗਰ, ਖਾਲੀ ਪੇਟ ਦੀ ਸ਼ੂਗਰ 110 ਆ ਗਈ ਹੈ, ਹੁਣ ਦਵਾਈ ਖਾਣ ਦੀ ਕੀ ਜ਼ਰੂਰਤ ਹੈ, ਜਦਕਿ ਤਾਂ ਉਹ ਮੈਡੀਸਿਨ ਖਾਣ ਦੇ ਕਰਕੇ ਹੀ ਨਾਰਮਲ ਰਹਿ ਰਹੀ ਹੈ ਸ਼ੂਗਰ। ਤਾਂ ਤੁਸੀਂ ਉਹ ਮੈਡੀਸਿਨ ਨੂੰ ਕੰਟੀਨਿਊ ਕਰੋ। ਡਾਕਟਰ ਕੋਲ ਅਗਰ ਤੁਸੀਂ ਜਾ ਰਹੇ ਹੋ 5 ਮਹੀਨੇ ਜਾ ਰਹੇ ਹੋ, 6 ਮਹੀਨੇ 'ਚ ਜਾ ਰਹੇ ਹੋ, 3 ਮਹੀਨੇ 'ਚ ਜਾ ਰਹੇ ਹੋ,
ਤਾਂ ਆਪਣੀ ਮਰਜ਼ੀ ਦੇ ਨਾਲ ਦਵਾਈਆਂ ਬੰਦ ਨਾ ਕਰੋ, ਉਹਨਾਂ ਨਾਲ ਗੱਲ ਕਰੋ ਕਿ ਕਿਆ ਦਵਾਈ ਨੂੰ ਘਟਾਉਣ ਦੀ ਜ਼ਰੂਰਤ ਹੈ ਜਾਂ ਬੰਦ ਕਰਨ ਦੀ ਜ਼ਰੂਰਤ ਹੈ, ਤਾਂ ਉਹਨਾਂ ਦੀ ਸਲਾਹ ਦੇ ਨਾਲ ਹੀ ਚੱਲੋ। ਆਪਣੀ ਮਰਜ਼ੀ ਦੇ ਨਾਲ ਕੋਈ ਦਵਾਈ ਸਿਲੈਕਟ ਕਰ ਲੈਣਾ ਕਿ ਆਹ 2 ਖਾ ਲੈਣੇ ਆ 3 ਛੱਡ ਦਿੰਦੇ ਆ, ਇਹ ਮੇਰੇ ਲਗਭਗ 50% ਪੇਸ਼ੈਂਟ ਇਸ ਤਰ੍ਹਾਂ ਕਰਦੇ, ਉਹਨਾਂ ਨੂੰ ਬੜਾ ਸਮਝਾਉਣਾ ਪੈਂਦਾ। ਤਾਂ ਆਪਣੀ ਮਰਜ਼ੀ ਦੇ ਨਾਲ ਦਵਾਈ ਨਾ ਛੱਡੋ, ਤਾਂ ਡਾਕਟਰ ਦੀ ਸਲਾਹ ਦੇ ਨਾਲ ਚੱਲੋ ਔਰ ਦਵਾਈ ਆਪਣੀ ਪ੍ਰੋਪਰ ਲਓ, ਡਾਈਟ ਦਾ ਧਿਆਨ ਰੱਖੋ। ਡਾਕਟਰ ਸਾਹਿਬ, ਅਗਰ ਆਪਾਂ ਗੱਲ ਕਰ ਲਈਏ ਥਾਇਰਾਇਡ ਦੀ ਗੱਲ ਕਰ ਲਈਏ ਤਾਂ ਥਾਇਰਾਇਡ ਵੀ ਜਿਹੜਾ ਹੈਗਾ ਉਹ ਵੀ ਇੱਕ ਸਾਇਲੈਂਟ ਜੀ ਬਿਮਾਰੀ ਹੈਗੀ ਆ, ਲੇਕਿਨ ਬਹੁਤ ਜ਼ਿਆਦਾ ਇਹਦੇ ਜਿਹੜੇ ਹੈਗੇ ਆ ਸਰੀਰ ਦੇ ਉੱਤੇ ਇਫੈਕਟ ਆਉਣੇ ਸ਼ੁਰੂ ਹੋ ਜਾਂਦੇ ਆ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਸੋ ਸਭ ਤੋਂ ਪਹਿਲਾਂ ਤਾਂ ਥਾਇਰਾਇਡ ਹੈਗੀ, ਥਾਇਰਾਇਡ ਇੱਕ ਤਰ੍ਹਾਂ ਦੀ ਗਲੈਂਡ ਹੈ ਔਰ ਗ੍ਰੰਥੀ ਹੈ ਤੁਹਾਡੇ ਗਲੇ ਦੇ ਵਿੱਚ, ਜੋ ਇੱਕ ਬਹੁਤ ਹੀ ਇੰਪੋਰਟੈਂਟ T3 T4 ਨਾਮ ਦੇ 2 ਹਾਰਮੋਨ ਬਣਾਉਂਦੀ ਹੈ। ਤਾਂ ਬੋਡੀ ਦੇ ਫਿਰ ਅਗੇਨ ਉਹੀ ਜਿਸ ਤਰ੍ਹਾਂ ਡਾਇਬਟੀਜ਼ 'ਚ ਹੈ, ਆਲਮੋਸਟ ਹਰ ਅੰਗ ਦੇ ਵਿੱਚ ਥਾਇਰਾਇਡ ਹਾਰਮੋਨ ਦੀ ਜ਼ਰੂਰਤ ਪੈਂਦੀ ਹੈ। ਲਿਵਰ ਹੋ ਗਿਆ, ਹਾਰਟ ਹੋ ਗਿਆ, ਪੈਂਕਰੀਅਸ ਹੋ ਗਿਆ, ਹਰ ਜਗ੍ਹਾ ਦੇ ਉੱਤੇ, ਬ੍ਰੇਨ ਹੋ ਗਿਆ, ਤੁਹਾਡੀ ਮੈਮਰੀ ਹੋ ਗਈ ਜਿਵੇਂ, ਤਾਂ ਹਰ ਜਗ੍ਹਾ ਦੇ ਉੱਤੇ ਥਾਇਰਾਇਡ ਦੀ ਹਾਰਮੋਨ ਦੀ ਰਿਕੁਆਇਰਮੈਂਟ ਰਹਿੰਦੀ ਹੈ। ਮੋਟਾ ਦੇਖਿਆ ਜਾਵੇ ਜਿਹੜੀ ਥਾਇਰਾਇਡ ਦੀ ਬਿਮਾਰੀਆਂ ਨੇ ਕਈ ਤਰ੍ਹਾਂ ਦੀਆਂ ਨੇ, ਕੁਝ ਪਰਮਾਨੈਂਟ ਨੇ, ਕੁਝ ਟੈਂਪਰੇਰੀ ਨੇ, ਕੁਝ ਠੀਕ ਹੋ ਜਾਂਦੀਆਂ ਨੇ, ਕੁਝ ਨਹੀਂ ਹੋ ਪਾਉਂਦੀਆਂ, ਲੰਬੀ ਦਵਾਈ ਦੀ ਲੋੜ ਪੈਂਦੀ ਹੈ। ਕੁਝ ਇਹੋ ਜਿਹੀ ਬਿਮਾਰੀਆਂ ਨੇ ਜਿਹ 'ਚ ਹਾਰਮੋਨ ਘੱਟ ਬਣਦਾ ਤਾਂ ਹਾਰਮੋਨ ਬਾਹਰੋਂ ਦੇਣਾ ਪੈਂਦਾ। ਕੁਝ ਇਹੋ ਜਿਹੀ ਬਿਮਾਰੀਆਂ ਹੁੰਦੀਆਂ ਜਿਹ 'ਚ ਹਾਰਮੋਨ ਜ਼ਿਆਦਾ ਬਣਦਾ ਅਤੇ ਉਹਨੂੰ ਘਟਾਉਣ ਲਈ ਦਵਾਈ ਦੇਣੀ ਪੈਂਦੀ ਹੈ। ਤੀਸਰਾ, ਹਾਰਮੋਨ ਦੇ ਵਿੱਚ ਕਈ ਤਰ੍ਹਾਂ ਦੀ ਗੱਠਾਂ ਹੋ ਸਕਦੀਆਂ, ਅੱਗੇ ਜਾ ਕੇ ਕੈਂਸਰ ਬਣ ਸਕਦੇ ਨੇ, ਤਾਂ ਇਹ ਤੀਸਰੀ ਬਿਮਾਰੀ ਹੈ। ਸੋ ਘੱਟ ਬਣਨਾ, ਜ਼ਿਆਦਾ ਬਣਨਾ ਅਤੇ ਗੱਠਾਂ ਦਾ ਹੋਣਾ, ਔਰ ਗੱਠ ਕੈਂਸਰ ਹੈ ਕਿ ਨਹੀਂ ਹੈ ਫਿਰ ਉਹ ਦੇਖਣਾ। ਤਾਂ ਲਗਭਗ ਇਹ 3 ਤਰ੍ਹਾਂ ਦੀ ਮੋਟੀ-ਮੋਟੀਆਂ ਬਿਮਾਰੀਆਂ ਨੇ। ਸੋ ਅਕੋਰਡਿੰਗਲੀ ਤੁਹਾਡਾ ਡਾਕਟਰ ਤੁਹਾਡਾ ਟੈਸਟ ਕਰਾਏਗਾ, ਅਗਰ ਹਾਰਮੋਨ ਘੱਟ ਹੈ ਤਾਂ ਉਹ ਇੰਕਰੀਜ਼ ਕਰਨ ਦੀ ਦਵਾਈ ਦੇਗਾ, ਤਾਂ ਪ੍ਰੋਪਰਲੀ ਤੁਹਾਨੂੰ ਦਵਾਈ ਲੈਣੀ ਚਾਹੀਦੀ ਹੈ। ਤਾਂ ਮੋਟਾਪਾ ਅਗਰ ਦੇਖਿਆ ਜਾਵੇ ਹਾਈਪੋਥਾਇਰਾਇਡਿਜ਼ਮ 'ਚ ਕਾਫੀ ਹੁੰਦਾ, ਨਾਲ ਤੁਹਾਨੂੰ ਕਬਜ਼ ਦੀ ਬਿਮਾਰੀ ਰਹਿ ਸਕਦੀ ਹੈ, ਬ੍ਰੇਨ ਦੀ ਯਾਦਦਾਸ਼ਤ ਜਾ ਸਕਦੀ ਹੈ, ਬਲੱਡ ਪ੍ਰੈਸ਼ਰ ਹਾਈ ਰਹਿ ਸਕਦਾ ਹੈ, ਲੰਬੇ ਟਾਈਮ ਤੱਕ ਹਾਰਟ ਦੇ ਉੱਤੇ ਇੰਪੈਕਟ ਆਏਗਾ, ਔਰ ਇਸ ਤਰੀਕੇ ਨਾਲ ਤੁਹਾਨੂੰ ਮਤਲਬ ਡਾਇਬਟੀਜ਼ ਤੱਕ ਇਹ ਵੀ ਲਿੰਕ ਹੈ ਥਾਇਰਾਇਡ ਦੇ ਨਾਲ। ਤਾਂ ਹਾਈਪੋਥਾਇਰਾਇਡਿਜ਼ਮ 'ਚ ਸਾਨੂੰ ਹਾਰਮੋਨ ਵਧਾਉਣ ਦੀ ਦਵਾਈ ਦੇਣੀ, ਉਸੇ ਤਰ੍ਹਾਂ ਹਾਈਪਰਥਾਇਰਾਇਡਿਜ਼ਮ 'ਚ ਤੁਹਾਡਾ ਸਰੀਰ ਸੁੱਕਣ ਲੱਗ ਜਾਂਦਾ, ਥਾਇਰਾਇਡ ਹਾਰਮੋਨ ਜ਼ਿਆਦਾ ਬਣਨ ਕਰਕੇ ਤੁਹਾਡੀ ਹੱਡੀਆਂ 'ਚੋਂ ਕੈਲਸ਼ੀਅਮ ਚਲਾ ਜਾਂਦਾ, ਅਲਟੀਮੇਟਲੀ ਤੁਹਾਨੂੰ BP ਵੀ ਹੋ ਸਕਦਾ ਉਹਦੇ ਵਿੱਚ, ਔਰ ਤੁਹਾਡੀ ਹਾਰਟ ਦੀ ਰੇਟ ਬਹੁਤ ਤੇਜ਼ ਹੋ ਜਾਂਦੀ ਹੈ। ਤਾਂ ਇਹਦੇ ਹੋਰ ਤਰ੍ਹਾਂ ਦੇ ਲੱਛਣ ਵੀ ਹੋ ਸਕਦੇ ਆ, ਤੁਹਾਡੇ ਹੱਥ ਕੰਬਣਗੇ, ਤੁਹਾਨੂੰ ਜ਼ਿਆਦਾ ਪਸੀਨਾ ਆਏਗਾ। ਤਾਂ ਇਹਦੇ ਵਿੱਚ ਸਿੰਪਲ ਜੀ ਦਵਾਈ ਹੈ ਜਿਹੜੀ ਲਗਭਗ 2 ਸਾਲ ਦਾ ਕੋਰਸ ਹੁੰਦਾ, ਜਿਸ ਤੋਂ ਬਾਅਦ ਇਹ ਆਲਮੋਸਟ 50 ਤੋਂ 60% ਕੇਸਿਸ ਦੇ ਵਿੱਚ ਪਰਮਾਨੈਂਟਲੀ ਠੀਕ ਹੋ ਜਾਂਦੀ ਹੈ। ਸੋ ਹਾਈਪਰਥਾਇਰਾਇਡਿਜ਼ਮ, ਉਸ ਤੋਂ ਇਲਾਵਾ ਫਿਰ ਗੱਠਾਂ ਹੋ ਗਈਆਂ। ਸੋ ਅਗਰ ਕਿਸੇ ਦੇ ਥਾਇਰਾਇਡ ਦੇ ਵਿੱਚ ਗੱਠ ਹੈ ਤਾਂ ਸਾਨੂੰ ਅਲਟਰਾਸਾਊਂਡ ਤੋਂ ਬਾਅਦ ਇੱਕ ਸੂਈ ਵਾਲੀ ਜਾਂਚ ਕਰਕੇ ਦੇਖਣਾ ਹੁੰਦਾ ਹੈ। ਉਹਦੇ ਵਿੱਚ ਅਸੀਂ ਸੈਂਪਲ ਲੈਂਦੇ ਹਾਂ ਗੱਠ ਦੇ ਵਿੱਚੋਂ, ਦੇਖਦੇ ਹਾਂ ਮਾਈਕਰੋਸਕੋਪ ਥੱਲੇ ਕਿ ਉਹਦੇ ਵਿੱਚ ਕੋਈ ਕੈਂਸਰ ਦੇ ਲੱਛਣ ਤਾਂ ਨਹੀਂ ਹੈ। ਅਗਰ ਕੈਂਸਰ ਦੇ ਲੱਛਣ ਮਿਲ ਜਾਂਦੇ ਆ ਤਾਂ ਅਗਰ ਉਹ ਗੱਠ ਅਜੇ ਤੱਕ ਥਾਇਰਾਇਡ ਦੇ ਵਿੱਚ ਹੀ ਪਈ ਹੈ ਤਾਂ ਉਹਦੇ ਵਿੱਚ 100% ਆਲਮੋਸਟ ਪੇਸ਼ੈਂਟ ਠੀਕ ਹੋ ਜਾਂਦੇ ਆ, ਅਗਰ ਉਹ ਆਪਾਂ ਗੱਠ ਕੱਢ ਦਿੱਤੀ ਜਾਂਦੀ ਹੈ। ਅਗਰ ਤੁਸੀਂ ਨਹੀਂ ਆਉਂਦੇ ਟਾਈਮ 'ਤੇ ਔਰ ਗੱਠ ਆਲਰੇਡੀ ਤੁਹਾਡੀ ਥਾਇਰਾਇਡ ਤੋਂ ਬਾਹਰ ਬਾਕੀ ਨਸਾਂ ਵਗੈਰਾ ਤੱਕ ਆ ਚੁੱਕੀ ਹੈ ਜਾਂ ਫੇਫੜੇ ਤੱਕ ਆ ਚੁੱਕੀ ਹੈ, ਫਿਰ ਜਿਹੜਾ ਇਲਾਜ ਆ ਉਹ ਲੰਬਾ ਚੱਲਦਾ ਅਤੇ 100% ਉਹਦੇ ਵਿੱਚ ਪੇਸ਼ੈਂਟ ਠੀਕ ਵੀ ਨਹੀਂ ਹੁੰਦੇ। ਤਾਂ ਇਸ ਲਈ ਜਦੋਂ ਵੀ ਤੁਹਾਨੂੰ ਇਸ ਤਰ੍ਹਾਂ ਲੱਗੇ ਕਿ ਥਾਇਰਾਇਡ ਦੇ ਵਿੱਚ ਸਵੈਲਿੰਗ ਆ ਰਹੀ ਹੈ, ਕੋਈ ਗੱਠ ਆ ਰਹੀ ਹੈ, ਇਮੀਡੀਏਟਲੀ ਆਪਣੇ ਡਾਕਟਰ ਨੂੰ ਮਿਲੋ ਜਾ ਕੇ ਔਰ ਇਹਦਾ ਇਲਾਜ ਕਰਵਾਓ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ ਕਿ ਦਿਸ ਇਜ਼ ਅ ਕੰਪਲੀਟ ਸੈਂਟਰ ਫਾਰ ਥਾਇਰਾਇਡ, ਫਾਰ ਸ਼ੂਗਰ ਐਂਡ ਈਵਨ ਫਾਰ PCOD, ਜਿਹਦਾ ਕਿ ਐਪੀਡੈਮਿਕ ਬਹੁਤ ਜ਼ਿਆਦਾ ਹੈਗਾ। ਅੱਜ ਯੰਗ ਬਲੱਡਡ ਜਿਹੜੀਆਂ ਲੜਕੀਆਂ ਹੈਗੀਆਂ, ਟੀਨੇਜਰਸ ਹੈਗੀਆਂ, ਉਹਨਾਂ ਨੂੰ ਇਸ ਬਿਮਾਰੀ ਤੋਂ ਗ੍ਰਸਤ ਨੇ, ਔਰ ਉਹਨਾਂ ਦੇ ਲਈ ਵੀ ਤੁਸੀਂ ਜਿਸ ਤਰੀਕੇ ਨਾਲ ਉਹਨਾਂ ਨੂੰ ਲਾਈਫ ਸਟਾਈਲ ਮੋਡੀਫਿਕੇਸ਼ਨ ਦੇ ਨਾਲ ਔਰ ਹੋਰ ਚੀਜ਼ਾਂ ਦੇ ਨਾਲ, ਡਾਕਟਰ ਤਰਨਦੀਪ ਤਾਂ ਇਹੋ ਜਿਹਾ ਡਾਕਟਰ ਮੰਨਿਆ ਜਾਂਦਾ ਜਿਹੜਾ ਲੋਕਾਂ ਨੂੰ ਪ੍ਰੀਵੈਂਸ਼ਨ ਜਿਹੜੀ ਹੈਗੀ ਆ ਉਹਦੇ ਨਾਲ ਕਿਉਰ ਜ਼ਿਆਦਾ ਕਰਦਾ ਹੈਗਾ ਔਰ ਕੋਸ਼ਿਸ਼ ਕਰਦਾ ਕਿ ਮੇਰੇ ਪੇਸ਼ੈਂਟ ਮੈਡੀਸਨ 'ਤੇ ਨਾ ਹੀ ਜਾਣ। ਸਰ ਬਿਲਕੁਲ ਇਹ ਗੱਲ ਤੁਹਾਡੀ ਠੀਕ ਹੈ ਕਿ ਈਵਨ PCOD ਹੁਣ ਕਾਫੀ ਕਾਮਨ ਹੋ ਗਿਆ। ਜਿਵੇਂ ਯੰਗ ਏਜ ਲੜਕੀਆਂ ਦੇ ਵਿੱਚ ਵਾਲ ਆਉਣ ਦੀ ਸਮੱਸਿਆ ਬਹੁਤ ਹੀ ਕਾਮਨ ਹੈ, ਹਰ ਰੋਜ਼ ਮੇਰੇ ਕੋਲ ਦਰਜਨਾਂ ਪੇਸ਼ੈਂਟ ਇਸ ਚੀਜ਼ ਦੇ ਨਾਲ ਆਉਂਦੇ ਨੇ। ਸੋ ਸਭ ਤੋਂ ਪਹਿਲਾਂ ਤਾਂ ਵਾਲ ਆਉਣ ਦੀ ਜਿਹੜੀ ਬਿਮਾਰੀ ਹੈ ਉਹ ਸਾਰੀਆਂ PCOD ਨਹੀਂ ਹੁੰਦੀਆਂ। ਕੁਛ ਟਾਈਮ ਅਸੀਂ ਇਹ ਵੀ ਦੇਖਦੇ ਹਾਂ ਕਿ ਕੁਛ ਅਡਰੀਨਲ ਨਾਮ ਦਾ ਇੱਕ ਗਲੈਂਡ ਹੁੰਦਾ ਪੇਟ ਦੇ ਵਿੱਚ, ਅਗਰ ਉਹਦੇ ਵਿੱਚੋਂ ਵੀ ਹਾਰਮੋਨ ਜ਼ਿਆਦਾ ਬਣ ਰਿਹਾ, ਫੀਮੇਲ ਦੀ ਜਗ੍ਹਾ 'ਤੇ ਮੇਲ ਹਾਰਮੋਨ ਜ਼ਿਆਦਾ ਬਣਨ ਲੱਗ ਜੇ, ਤਾਂ ਵੀ ਇਹ ਤੁਹਾਨੂੰ ਐਕਸਟਰਾ ਵਾਲ ਆਉਣ ਦੀ ਬਿਮਾਰੀ ਹੋ ਸਕਦੀ ਹੈ। ਸੋ ਹਰ ਵਾਲ ਆਉਣ ਦੀ ਬਿਮਾਰੀ ਨੂੰ PCOD ਲੇਬਲ ਕਰਕੇ ਇਲਾਜ ਕਰਨਾ ਸਟਾਰਟ ਨਹੀਂ ਕਰ ਦੇਣਾ ਚਾਹੀਦਾ। ਮੈਂ ਦੇਖਿਆ ਕਈ ਪੇਸ਼ੈਂਟਸ ਦੂਰ ਦਰਾਡੇ ਤੋਂ ਆਉਂਦੇ ਨੇ, ਕੈਮਿਸਟ ਤੋਂ ਡਾਇਰੈਕਟਲੀ PCOD ਦੀ ਕਹਿ ਕੇ ਦਵਾਈ ਚੱਲ ਜਾਂਦੀ ਹੈ ਉਹਨਾਂ ਦੀ, ਅਤੇ ਇਹ ਚੀਜ਼ ਗਲਤ ਹੈ ਕਿਉਂਕਿ ਫਿਰ ਪਤਾ ਲੱਗਦਾ ਕਿ ਇਹ ਐਕਚੁਅਲੀ PCOD ਸੀਗਾ ਹੀ ਨਹੀਂ, ਇਹਦੇ ਤਾਂ ਐਡਰੀਨਲ ਦੇ ਵਿੱਚ ਕੋਈ ਟਿਊਮਰ ਪਿਆ ਹੋਇਆ ਸੀਗਾ। ਸੋ PCOD ਲੇਬਲ ਕਰਨ ਤੋਂ ਪਹਿਲਾਂ ਐਕਚੁਅਲੀ ਸਾਰੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਇੱਕ ਫੀਮੇਲ 'ਚ ਜਦੋਂ ਮੇਲ ਹਾਰਮੋਨ ਜ਼ਿਆਦਾ ਬਣਦਾ ਉਹ PCOD ਹੁੰਦਾ, ਪਰ ਉਹ ਹਾਰਮੋਨ ਜਦੋਂ ਓਵਰੀਜ਼ ਤੋਂ ਆਉਂਦਾ ਤਾਂ ਹੀ ਅਸੀਂ ਉਹਨੂੰ PCOD ਕਹਿ ਸਕਦੇ ਹਾਂ। ਉਹ ਹਾਰਮੋਨ ਅਗਰ ਐਡਰੀਨਲਸ ਤੋਂ ਆ ਰਿਹਾ ਤਾਂ ਬਿਮਾਰੀ ਬਿਲਕੁਲ ਹੀ ਅਲੱਗ ਹੋ ਜਾਂਦੀ ਹੈ, ਤਾਂ ਉਹਦਾ ਇਲਾਜ ਵੀ ਅਲੱਗ ਹੋ ਜਾਂਦਾ। ਸੋ
ਪੀਸੀਓਡੀ ਦੇ ਵਿੱਚ ਬੇਸਿਕਲੀ ਅਗਰ ਪੀਸੀਓਡੀ ਇੱਕ ਵਾਰ ਲੇਬਲ ਹੋ ਜਾਂਦਾ ਕੋਈ ਪੇਸ਼ੈਂਟ, ਸੋ ਪੀਸੀਓਡੀ ਤੇ ਅੱਗੇ ਕਾਫੀ ਤਰ੍ਹਾਂ ਦੇ ਪ੍ਰਭਾਵ ਨੇ ਪੇਸ਼ੈਂਟ ਦੇ ਉੱਤੇ। ਜਿਵੇਂ ਵਾਲ ਆਉਣਾ ਤਾਂ ਸਿਰਫ ਇੱਕ ਠੀਕ ਹੈ ਕਿ ਸ਼ਕਲ ਦੇ ਉੱਤੇ ਹੇਅਰਸ ਆਉਣ ਲੱਗ ਗਏ ਨੇ, ਤੁਸੀਂ ਉਹਨੂੰ ਰਿਮੂਵ ਕਰਨਾ ਚਾਹੁੰਦੇ ਹੋ, ਪਰ ਨਾਲ ਇਹਦੇ ਨਾਲ ਅੱਗੇ ਬਾਂਝਪਨ ਦੀ ਦਿੱਕਤ ਆ ਸਕਦੀ ਹੈ। ਨਾਲ ਇਹਦੇ ਨਾਲ ਤੁਹਾਡਾ weight ਇੰਕਰੀਜ਼ ਹੋਊਗਾ ਅਤੇ ਤੁਸੀਂ ਅੱਗੇ ਜਾ ਕੇ ਹੋਰ ਡਾਇਬਟੀਜ਼ ਦੇ ਪੇਸ਼ੈਂਟ ਬਣਨ ਦੀ ਸਮੱਸਿਆ ਆ ਸਕਦੀ ਹੈ। ਸੋ ਪੀਸੀਓਡੀ ਦਾ ਅਗਰ ਬਾਕੀ ਲੌਂਗ ਟਰਮ ਦੇ ਸਾਈਡ ਇਫੈਕਟ ਦੇਖੇ ਜਾਣ ਤੁਹਾਡੀ ਬਾਡੀ ਦੇ ਉੱਤੇ ਜਾਂ ਕੰਪਲਿਕੇਸ਼ਨ ਦੇਖੇ ਜਾਣ, ਇਹ ਬਹੁਤ ਜ਼ਿਆਦਾ ਨੇ। ਸੋ ਪੀਸੀਓਡੀ ਦੇ ਵਿੱਚ ਡਾਈਟ ਅਤੇ ਲਾਈਫ ਸਟਾਈਲ ਤਾਂ ਹੈ ਹੀ ਹੈ, ਪਰ ਮੈਡੀਸਿਨਸ ਦੇ ਨਾਲ ਜਿਹੜੇ ਹਾਰਮੋਨ ਦਾ ਬੈਲੈਂਸ ਖਰਾਬ ਹੋਇਆ, ਫੀਮੇਲ ਹਾਰਮੋਨ ਥੱਲੇ ਚਲੇ ਗਏ ਨੇ, ਮੇਲ ਹਾਰਮੋਨ ਉੱਪਰ ਆ ਗਏ ਨੇ। ਸੋ ਇਹ ਜਿਹੜਾ ਬੈਲੈਂਸ ਹੈ ਇਹਨੂੰ ਰੀਸਟੋਰ ਕਰਨ ਦੀ ਲੋੜ ਹੁੰਦੀ ਹੈ। ਔਰ ਲਗਭਗ ਅਗਰ ਕੋਈ ਪੇਸ਼ੈਂਟ ਲਾਈਫ ਸਟਾਈਲ ਪ੍ਰੋਪਰਲੀ ਮੈਨੇਜ ਕਰਦਾ, ਆਪਣਾ weight loss ਕਰਦਾ ਔਰ ਨਾਲ ਦਵਾਈ ਵੀ ਅਗਰ ਕਰਦਾ, ਤਾਂ 2-3 ਸਾਲ ਦੇ ਉਸ ਤੋਂ ਬਾਅਦ ਅਸੀਂ ਬਹੁਤ ਹੀ ਵਧੀਆ ਟਰਾਂਸਫੋਰਮੇਸ਼ਨ ਦੇਖੀ ਹੈ ਪੇਸ਼ੈਂਟ ਦੀ। ਵਾਲਾਂ ਦੀ ਸਮੱਸਿਆ ਵੀ ਠੀਕ ਹੋ ਜਾਂਦੀ ਹੈ, ਪੀਸੀਓਡੀ ਵੀ ਇੰਪਰੂਵ ਕਰ ਜਾਂਦੀ ਹੈ ਪੇਸ਼ੈਂਟ ਦੀ, ਔਰ ਲਾਈਫ ਕਾਫੀ ਸੁਖਾਲੀ ਹੋ ਜਾਂਦੀ ਹੈ ਉਸ ਤੋਂ ਬਾਅਦ। ਡਾਕਟਰ ਸਾਹਿਬ, ਤੁਸੀਂ ਸਾਨੂੰ ਸਮਾਂ ਦਿੱਤਾ। ਯੂ ਆਰ ਐਨ ਇੰਸਟੀਟਿਊਸ਼ਨ, ਯੂ ਹੈਵ ਲੌਂਗ ਡਾਟਾ, ਸਾਨੂੰ ਸਮਾਂ ਦੇਣ ਦੇ ਲਈ। ਔਰ ਐਡੇ ਵੱਡੇ ਡਾਕਟਰ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਕੀਮਤੀ ਸਮਾਂ ਜਿਹੜਾ ਹੈਗਾ ਏਮਸ ਵਰਗੀ ਇੰਸਟੀਟਿਊਸ਼ਨ ਜਿਹੜੀ ਵਰਲਡ ਦੀ ਇੱਕ ਬੈਸਟ ਇੰਸਟੀਟਿਊਸ਼ਨ ਹੈ, ਉੱਥੇ ਤੁਸੀਂ ਸੇਵਾ ਕਰਕੇ ਆਏ ਹੋ ਔਰ ਪਟਿਆਲਾ ਵਿਖੇ ਲੋਕਾਂ ਨੂੰ ਆਪਣੀਆਂ ਜ਼ਿੰਦਗੀ ਦੇ ਰਹੇ ਹੋ, ਅਵੇਅਰਨੈਸ ਵੀ ਕਰਦੇ ਹੋ, ਲੋਕਾਂ ਨੂੰ ਅਵੇਅਰਨੈਸ ਲਈ ਵੀ ਪ੍ਰੇਰਦੇ ਹੋ। ਤੁਹਾਡਾ ਸਾਨੂੰ ਸਮਾਂ ਦੇਣ ਲਈ ਸਰ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸਰ। ਔਰ ਤੁਹਾਡੇ ਸਰੋਤਿਆਂ ਨੂੰ ਮੇਰੀ ਇਹੀ ਸਲਾਹ ਰਹੇਗੀ ਕਿ ਥੋੜ੍ਹਾ ਜਿਹਾ ਐਕਟਿਵ ਔਰ ਵਧੀਆ ਲਾਈਫ ਸਟਾਈਲ ਅਪਣਾਓ, ਡਾਈਟ ਦਾ ਧਿਆਨ ਰੱਖੋ ਔਰ ਡਾਕਟਰਸ ਕੋਲ ਜਾ ਕੇ ਆਪਣੀ ਸਮੱਸਿਆ ਡਿਸਕਸ ਕਰੋ। ਅਗਰ ਕੋਈ ਇਸ ਤਰ੍ਹਾਂ ਦੀ ਬਿਮਾਰੀ ਹੈ ਤਾਂ ਉਹਦਾ ਇਲਾਜ ਆਪਸੀ ਡਿਸਕਸ਼ਨ ਦੇ ਨਾਲ ਕੀਤਾ ਜਾਣਾ ਚਾਹੀਦਾ। ਥੈਂਕ ਯੂ ਸਰ।